ਗੁੱਡ ਈਵਨਿੰਗ ਜੀ, ਤੁਹਾਨੂੰ ਸਾਰਿਆਂ ਨੂੰ ਵੈਲਕਮ ਬੈਕ ਟੂ ਮੇਰੇ ਚੈਨਲ 50 ਸ਼ੇਡਸ ਆਫ ਲਾਈਫ 'ਚ। ਅੱਜ ਆਪਾਂ ਗੱਲ ਕਰਾਂਗੇ 3 ਐਸੀਆਂ ਚੀਜ਼ਾਂ ਦੇ ਬਾਰੇ ਜਿਹੜੀਆਂ ਮੇਰੀਆਂ ਜ਼ਾਤੀ ਮੁਸ਼ਾਹਰੇ 'ਚ ਗੁਜ਼ਰੀਆਂ ਨੇ ਔਰ ਜਿਨ੍ਹਾਂ 'ਤੇ ਮੈਂ ਜ਼ਾਤੀ ਤੌਰ 'ਤੇ ਅਮਲ ਕਰਨਾ। ਔਰ ਅਗਰ ਤੁਸੀਂ ਮੈਨੂੰ ਸਮਝਦੇ ਹੋ ਕਿ ਮੈਂ ਸਕਸੈਸਫੁਲ ਹਾਂ, ਕਿਉਂਕਿ ਸਕਸੈਸ ਦੀ ਆਪਣੀ ਆਪਣੀ ਅਲੱਗ ਡੈਫੀਨੇਸ਼ਨ ਹੈ। ਮੇਰੇ ਖਿਆਲ 'ਚ ਤਾਂ ਕਾਮਯਾਬੀ ਇਹ ਹੈ ਕਿ ਤੁਸੀਂ ਕੋਈ ਏਮ ਬਣਾਓ, ਤੁਸੀਂ ਕੋਈ ਮਕਸਦ ਬਣਾਓ ਜ਼ਿੰਦਗੀ ਦਾ ਔਰ ਉਹਦੇ ਵਾਸਤੇ ਸਟਰਗਲ ਕਰੋ ਔਰ ਤੁਹਾਨੂੰ ਮਿਲ ਜਾਏ। ਔਰ ਉਸ ਤੋਂ ਬਾਅਦ ਤੁਸੀਂ ਇੱਕ ਖੁਸ਼ਬਾਸ਼ ਜ਼ਿੰਦਗੀ ਗੁਜ਼ਾਰੋ, ਤੁਸੀਂ ਇੱਕ ਰਿਲੈਕਸਡ ਜ਼ਿੰਦਗੀ ਗੁਜ਼ਾਰੋ ਜਿਹਦੇ 'ਚ ਤੁਹਾਨੂੰ ਜ਼ਿਹਨੀ ਸਕੂਨ ਹੈ, ਤੁਹਾਨੂੰ ਖੁਸ਼ੀ ਹੈ, ਤੁਹਾਨੂੰ ਵਕਤ ਮੁਯੱਸਰ ਹੈ, ਤੁਸੀਂ ਦੋਸਤਾਂ ਨਾਲ ਜਾ ਸਕਦੇ ਹੋ, ਤੁਹਾਡਾ ਪਾਰਟਨਰ ਅੱਛਾ ਹੈ, ਤੁਸੀਂ ਜ਼ਿੰਦਗੀ ਤੋਂ ਸੈਟਿਸਫਾਈਡ ਹੋ। ਅਤੇ ਇਹ ਇੱਕ ਕਾਮਯਾਬੀ ਹੈ। ਲਿਹਾਜ਼ਾ ਮੈਂ ਤਾਂ ਆਪਣੇ ਆਪ ਨੂੰ ਕਾਮਯਾਬੀ ਸਮਝਣਾ, ਕਿਉਂਕਿ ਮੈਂ ਖਾਹਿਸ਼ ਕੀਤੀ ਸੀ ਅਰਸਾ ਪਹਿਲੇ ਕਿ ਮੈਂ ਇੱਕ ਲੈਕਚਰਰ ਬਣਾ ਔਰ ਮੇਰੀ ਇੱਕ ਸ਼ਰੀਕੇ ਹयात ਹੋਏ ਜੋ ਬਹੁਤ ਅੰਡਰਸਟੈਂਡਿੰਗ ਹੋਏ। ਔਰ ਸ਼ੁਕਰ ਹੈ ਅੱਲਾ ਦਾ, ਦੋਨੋਂ ਚੀਜ਼ਾਂ ਮੇਰੇ ਕੋਲ ਹੈ ਨੇ। ਵਕਤ ਹੈ, ਮੇਰੀ ਜੋਬ ਬਹੁਤ ਈਜ਼ੀ ਹੈ ਔਰ ਮੈਂ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰ ਰਿਹਾ। ਮੇਰੇ ਖਿਆਲ 'ਚ ਤਾਂ ਇਹੋ ਹੀ ਕਾਮਯਾਬੀ। ਖੈਰ, ਅਤੇ ਆਪਾਂ ਗੱਲ ਕਰ ਰਹੇ ਸਾਂ ਇਹ 3 ਚੀਜ਼ਾਂ ਜਿਹੜੀਆਂ ਮੈਂ ਜ਼ਾਤੀ ਤੌਰ 'ਤੇ ਆਪਣੀ ਜ਼ਿੰਦਗੀ 'ਚ ਵਰਤਣਾ, ਜਿਨ੍ਹਾਂ ਨੂੰ ਇਸਤੇਮਾਲ ਕਰਨਾ ਔਰ ਮੈਂ ਸਮਝਣਾ ਕਿ ਇਹ ਕਾਮਯਾਬੀ ਦਾ ਜ਼ਰੂਰੀ ਐਲੀਮੈਂਟਸ ਨੇ। ਅਗਰ ਇਹਨਾਂ 'ਤੇ ਅਮਲ ਕੀਤਾ ਜਾਏ ਅਤੇ ਤੁਸੀਂ ਕਾਮਯਾਬ ਹੋ ਸਕਦੇ ਹੋ। ਉਹ ਚੀਜ਼ਾਂ ਕਿਹੜੀਆਂ ਨੇ? ਸਭ ਤੋਂ ਪਹਿਲੇ ਜੀ ਆਪਾਂ ਗੱਲ ਕਰਾਂਗੇ ਲਰਨਿੰਗ ਯਾਨੀ ਕੁਛ ਨਾ ਕੁਛ ਨਵਾਂ ਸਿੱਖਦੇ ਰਹਿਣਾ, ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਰਹਿਣਾ। ਕਦੇ ਵੀ ਹੱਥ 'ਤੇ ਹੱਥ ਰੱਖ ਕੇ ਨਾ ਬੈਠਣਾ, ਬਲਕਿ ਕੁਛ ਨਇਆ ਸਿੱਖਣ ਦੀ ਕੋਸ਼ਿਸ਼। ਕੁਛ ਵੀ ਤੁਸੀਂ ਕਰ ਰਹੇ ਹੋ, ਤੁਸੀਂ ਇਵਨ ਫੇਸਬੁੱਕ ਹੀ ਕਿਉਂ ਨਹੀਂ ਚਲਾ ਰਹੇ ਹੋ? ਹਾਲਾਂਕਿ ਮੈਂ ਸਮਝਣਾ ਕਿ ਫੇਸਬੁੱਕ ਨੂੰ ਸਾਰਾ ਦਿਨ ਚਲਾਉਂਦੇ ਰਹਿਣਾ, ਟਿਕਟੋਕ ਚਲਾਉਂਦੇ ਰਹਿਣਾ ਵਕਤ ਤਾਂ ਜ਼ਿਆ ਹੀ ਹੈ, ਹੋਰ ਤਾਂ ਕੁਛ ਨਹੀਂ ਹੈ। ਲੇਕਿਨ ਫਿਰ ਵੀ ਬਹਰਹਾਲ ਅਗਰ ਤੁਸੀਂ ਫੇਸਬੁੱਕ ਹੀ ਚਲਾ ਰਹੇ ਹੋ, ਉਹਦੇ ਤੋਂ ਤੁਸੀਂ ਲਰਨਿੰਗ ਕਿਵੇਂ ਕਰ ਸਕਦੇ ਹੋ ਕਿ ਤੁਸੀਂ ਇਸ ਤਰ੍ਹਾਂ ਦੇ ਦੋਸਤ ਬਣਾਏ ਨੇ ਜਿਹੜੇ ਕੋਈ ਆਈਡੀਆਜ਼ ਡਿਸਕਸ ਕਰਦੇ ਨੇ, ਇਸ ਤਰ੍ਹਾਂ ਦੇ ਦੋਸਤ ਬਣਾਏ ਨੇ ਜਿਹੜੇ ਡਿਫਰੈਂਟ ਪੇਜਸ ਐਸੇ ਤੁਸੀਂ ਲਾਈਕ ਕੀਤੇ ਹੋਏ ਨੇ ਜਿਨ੍ਹਾਂ 'ਤੇ ਐਜੂਕੇਸ਼ਨਲ ਚੀਜ਼ਾਂ ਆਉਂਦੀਆਂ ਨੇ ਔਰ ਤੁਸੀਂ ਉੱਥੋਂ ਕੁਛ ਨਾ ਕੁਛ ਸਿੱਖਦੇ ਹੋ। ਠੀਕ ਹੈ, ਹਾਲਾਂਕਿ ਮੋਸਟਲੀ ਉਹ ਵਕਤ ਤਾਂ ਜ਼ਿਆ ਹੈ, ਲੇਕਿਨ ਬਹਰਹਾਲ ਤੁਸੀਂ ਉੱਥੋਂ ਵੀ ਸਿੱਖਣ ਦੀ ਕੋਸ਼ਿਸ਼ ਕਰ ਸਕਦੇ ਹੋ। ਠੀਕ ਹੈ, ਔਰ ਮੈਨੂੰ ਇੱਥੇ ਇੱਕ ਅੰਗਰੇਜ਼ੀ ਦੀ ਕੋਟ ਯਾਦ ਆ ਰਹੀ ਹੈ ਲਰਨਿੰਗ ਦੇ ਬਾਰੇ 'ਚ। ਦ ਮੋਸਟ ਬਿਊਟੀਫੁਲ ਥਿੰਗ ਅਬਾਊਟ ਲਰਨਿੰਗ ਇਜ਼ ਦੈਟ ਨੋਬਡੀ ਕੈਨ ਟੇਕ ਇਟ ਅਵੇ ਫਰੋਮ ਯੂ। ਲਰਨਿੰਗ ਯਾਨੀ ਜਿਹੜੀ ਚੀਜ਼ ਤੁਸੀਂ ਸਿੱਖ ਲਈ ਹੈ ਨਾ, ਇਹਦੇ ਬਾਰੇ ਸਾਰਿਆਂ ਨਾਲ ਅਹਿਮ ਅਤੇ ਖੂਬਸੂਰਤ ਗੱਲ ਇਹ ਆ ਵੀ ਇਹ ਤੁਹਾਡੇ ਕੋਲ ਕੋਈ ਛੀਨ ਨਹੀਂ ਸਕਦਾ। ਦੇਖੋ, ਤੁਸੀਂ ਪੈਸਾ ਜਮ੍ਹਾਂ ਕਰਦੇ ਹੋ, ਚੋਰ ਪੈ ਸਕਦੇ ਨੇ। ਤੁਸੀਂ ਦੌਲਤ ਜਮ੍ਹਾਂ ਕਰਦੇ ਹੋ, ਉਹ ਜ਼ਾਇਆ ਹੋ ਸਕਦੀ ਹੈ। ਤੁਸੀਂ ਘਰ ਬਣਾਉਂਦੇ ਹੋ, ਉਹ ਢਹਿ ਸਕਦਾ ਹੈ, ਜ਼ਲਜ਼ਲਾ ਆ ਸਕਦਾ ਹੈ। ਤੁਸੀਂ ਕਾਰ ਲਈ, ਐਕਸੀਡੈਂਟ ਹੋ ਸਕਦਾ ਹੈ। ਯਾਨੀ ਤੁਸੀਂ ਕੁਛ ਵੀ ਚੀਜ਼ ਲਈ ਉਹਦੇ 'ਤੇ ਤੁਸੀਂ ਐਤਬਾਰ ਨਹੀਂ ਕਰ ਸਕਦੇ। ਲੇਕਿਨ ਲਰਨਿੰਗ ਬਹਰਹਾਲ ਉਹ ਵਾਹਿਦ ਚੀਜ਼ ਹੈ ਜਿਹਦੇ 'ਤੇ ਤੁਸੀਂ 100% ਐਤਬਾਰ ਕਰ ਸਕਦੇ ਹੋ ਕਿ ਤੁਹਾਡੇ ਕੋਲ ਕੋਈ ਛੀਨ ਸਕਦਾ ਹੀ ਨਹੀਂ। ਇਹ ਤੁਹਾਡੇ ਨਾਲ ਤੁਹਾਡੀ ਜ਼ਾਤ ਦਾ ਹਿੱਸਾ ਬਣ ਜਾਏਗੀ, ਤੁਹਾਡੇ ਤਜਰਬੇ ਦਾ ਹਿੱਸਾ ਬਣ ਜਾਏਗੀ। ਲਿਹਾਜ਼ਾ ਮੈਂ ਸਮਝਣਾ ਕਿ ਲਰਨਿੰਗ ਉਹ ਪਹਿਲਾ ਐਲੀਮੈਂਟ ਹੈ ਜਿਹਦੇ 'ਚ ਆਪਾਂ ਸਾਰਿਆਂ ਨੂੰ ਅਗਰ ਕਾਮਯਾਬ ਹੋਣਾ ਚਾਹੁੰਦੇ ਹਾਂ ਅਤੇ ਇਹਦੇ 'ਤੇ ਅਮਲ ਕਰਨਾ ਚਾਹੀਦਾ। ਕੁਛ ਨਾ ਕੁਛ ਨਇਆ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੁਛ ਨਾ ਕੁਛ ਨਇਆ ਸਿੱਖਣਾ ਚਾਹੀਦਾ ਰੋਜ਼। ਔਰ ਅਗਰ ਤੁਸੀਂ ਐਵੇਂ ਕਰੋਗੇ ਤਾਂ ਯਕੀਨਨ ਕਾਮਯਾਬ ਹੋ ਜਾਓਗੇ। ਨੰਬਰ 2, ਰੀਡਿੰਗ, ਪੜ੍ਹਨਾ ਯਾਨੀ ਕਿਤਾਬਾਂ ਪੜ੍ਹਨਾ। ਮੈਂ ਸਮਝਦਾ ਕਿ ਹਰ ਇਨਸਾਨ ਨੂੰ ਜਿਹੜਾ ਪੜ੍ਹਨਾ ਲਿਖਣਾ ਜਾਣਦਾ ਹੈ, ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ। ਤੁਸੀਂ ਕਿਤਾਬ ਪੜ੍ਹਨ ਦੇ ਨਾਲ ਪੂਰੀ ਦੁਨੀਆ ਨੂੰ ਵੇਖ ਰਹੇ ਹੋ। ਠੀਕ ਹੈ, ਇਹ ਇੱਕ ਐਸੀ ਖਿੜਕੀ ਹੈ ਜਿਹੜੀ ਬਲਕਿ ਮੈਂ ਕਹਾਂਗਾ 100 ਫਲੋਰ ਦੀ ਬਿਲਡਿੰਗ ਹੈ ਔਰ ਤੁਸੀਂ ਸਾਰਿਆਂ ਨਾਲੋਂ ਉੱਪਰ ਵਾਲੀ ਬਿਲਡਿੰਗ 'ਤੇ ਖੜ੍ਹੇ ਹੋ ਔਰ ਤੁਸੀਂ ਵਿੰਡੋ, ਤੁਹਾਡੇ ਕਮਰੇ 'ਚ 4 ਵਿੰਡੋ ਲੱਗੀਆਂ ਹੋਈਆਂ ਨੇ। ਠੀਕ ਹੈ, ਔਰ ਤੁਸੀਂ ਹਰ ਵਿੰਡੋ ਦੇ ਵਿੱਚੋਂ ਵੇਖ ਸਕਦੇ ਹੋ, ਹਰ ਖਿੜਕੀ 'ਚੋਂ ਵੇਖ ਸਕਦੇ ਹੋ ਕਿ ਕਿਹੜੇ ਪਾਸੇ ਕੀ ਹੋ ਰਿਹਾ ਹੈ। ਇਹ ਅੰਗਰੇਜ਼ੀ ਜ਼ੁਬਾਨ ਮੌਜੂਦਾ ਦੌਰ ਦੇ ਵਿੱਚ 21ਵੀਂ ਸਦੀ ਦੇ ਵਿੱਚ ਐਵੇਂ ਹੀ ਹੈ ਜਿਵੇਂ ਤੁਸੀਂ ਖਿੜਕੀ 'ਚ ਖੜ੍ਹੇ ਹੋ, ਤੁਸੀਂ ਸਾਰੀ ਦੁਨੀਆ ਨੂੰ ਵੇਖ ਰਹੇ ਹੋ। ਤੁਸੀਂ ਪੂਰੀ ਦੁਨੀਆ 'ਚ ਕੀ ਹੋ ਰਿਹਾ ਹੈ ਤੁਸੀਂ ਕਿਤਾਬਾਂ ਪੜ੍ਹ ਕੇ ਜਾਣ ਸਕਦੇ ਹੋ ਕਿ ਇਹ ਸਭ ਕੁਛ ਕੀ ਹੋ ਰਿਹਾ। ਔਰ ਦੂਸਰੇ ਨੰਬਰ 'ਤੇ ਕਿ ਪੜ੍ਹਨ ਦੇ ਬਾਰੇ ਤਾਂ ਮੈਂ ਤਾਂ ਇਹ ਸਮਝਦਾ ਕਿ ਇਹ ਕੋਈ ਐਸਾ ਟੌਪਿਕ ਹੈ ਹੀ ਨਹੀਂ ਜਿਹਦੇ 'ਤੇ ਆਪਾਂ ਨੂੰ ਡਿਸਕਸ਼ਨ ਕਰਨੀ ਚਾਹੀਦੀ, ਕਿਉਂਕਿ ਇਹਦੇ 'ਤੇ ਹਤਮੀ ਰਾਏ ਦਿੱਤੀਆਂ ਜਾ ਚੁੱਕੀਆਂ ਨੇ। ਮੁਸਲਮਾਨ ਹੋਣ ਦੇ ਨਾਤੇ ਆਪਾਂ ਨੂੰ ਕੁਰਾਨ ਨੇ ਕਹਿ ਦਿੱਤਾ ਹੈ, ਬਲਕਿ ਕੁਰਾਨ ਮਜੀਦ ਤੇ ਸ਼ੁਰੂ ਹੀ ਇੱਥੋਂ ਹੈ, ਇਕਰਾ ਪੜ੍ਹੋ ਬਿਸਮਿ ਰੱਬਿਕ ਅੱਲਜ਼ੀ ਖਲਕ। ਖੈਰ, ਮਤਲਬ ਪੜ੍ਹਨ ਤੋਂ ਬਿਨਾਂ ਕੋਈ ਹਾਲ ਨਹੀਂ ਹੈ। ਮੈਨੂੰ ਇੱਥੇ ਯਾਦ ਆ ਰਿਹਾ ਅੰਗਰੇਜ਼ੀ ਦਾ ਇੱਕ ਮੁਹਾਵਰਾ ਹੈ ਕਿ ਉਸ ਬੰਦੇ 'ਚ ਜਿਹੜਾ ਪੜ੍ਹਦਾ ਨਹੀਂ ਔਰ ਉਸ ਬੰਦੇ 'ਚ ਜਿਹਨੂੰ ਪੜ੍ਹਨਾ ਆਉਂਦਾ ਨਹੀਂ ਕੋਈ ਫਰਕ ਨਹੀਂ ਹੈ। ਯਾਨੀ ਜਿਹਨੂੰ ਪੜ੍ਹਨਾ ਆਉਂਦਾ ਹੈ ਲੇਕਿਨ ਉਹ ਪੜ੍ਹਦਾ ਨਹੀਂ, ਉਹਦੇ 'ਚ ਕੀ ਫਰਕ ਹੈ ਉਸ ਬੰਦੇ ਨਾਲੋਂ ਜਿਹੜਾ ਵਿਚਾਰਾ ਪੜ੍ਹ ਸਕਦਾ ਹੀ ਨਹੀਂ। ਉਹ ਪੜ੍ਹ ਨਹੀਂ ਸਕਦਾ ਤਾਂ ਨਹੀਂ ਪੜ੍ਹਦਾ, ਤੁਹਾਨੂੰ ਪੜ੍ਹਨਾ ਆਉਂਦਾ ਹੈ ਲੇਕਿਨ ਤੁਸੀਂ ਵੈਸੇ ਨਹੀਂ ਪੜ੍ਹਦੇ। ਲਿਹਾਜ਼ਾ ਤੁਸੀਂ ਦੋਨੋਂ ਇੱਕ ਹੀ ਜਗ੍ਹਾ 'ਤੇ ਖੜ੍ਹੇ ਹੋ। ਅਤੇ ਦੂਸਰਾ ਪੁਆਇੰਟ ਯਾਨੀ ਰੀਡਿੰਗ ਦੇ ਬਾਰੇ, ਪੜ੍ਹਦੇ ਰਹੋ, ਕੁਛ ਨਾ ਕੁਛ ਨਇਆ ਸਿੱਖੋਗੇ ਵੀ ਤਾਂ ਹੀ ਜੇ ਪੜ੍ਹਦੇ ਰਹੋਗੇ। ਕਿਤਾਬਾਂ ਦੇ ਨਾਲ ਯਾਰੀ ਲਾ ਲਓ। ਅਗਰ ਤੁਸੀਂ ਇੱਕ ਕਾਮਯਾਬ ਔਰ ਪੁਰਸਕੂਨ ਜ਼ਿੰਦਗੀ ਗੁਜ਼ਾਰਨੀ, ਕਿਤਾਬਾਂ ਤੁਹਾਨੂੰ ਇੰਨਾ ਕੁਛ ਦੇਣਗੀਆਂ ਕਿ ਤੁਹਾਡਾ ਗੁਮਾਨ ਹੈ। ਠੀਕ ਹੈ, ਹਾਂ, ਅਲਬੱਤੇ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਇਹ ਹੋ ਸਕਦੀ ਕਿ ਤੁਸੀਂ ਕਿਸੇ ਪੜ੍ਹੇ ਲਿਖੇ ਔਰ ਆਲਮ ਬੰਦੇ ਦੇ ਕੋਲ ਬਹੋ, ਉਹਦੀ ਕੰਪਨੀ 'ਚ ਬਹੋ। ਇਹ ਕਿਤਾਬਾਂ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਲੇਕਿਨ ਬਹਰਹਾਲ ਅਗਰ ਐਸੇ ਲੋਕ ਤੁਹਾਨੂੰ ਨਹੀਂ ਮੁਯੱਸਰ, ਗੰਦੀ ਕੰਪਨੀ 'ਚ ਬਹਿਣ ਨਾਲੋਂ ਬਹੁਤ ਅੱਛਾ ਹੈ ਕਿ ਤੁਸੀਂ ਪੜ੍ਹਨ ਲੱਗ ਪਵੋ। ਇੱਥੇ ਮੈਨੂੰ ਜੇ ਜੋਰਜ ਆਰ ਮਾਰਟਨ ਦੀ ਕੋਟ ਯਾਦ ਆ ਰਹੀ। ਜੋਰਜ ਆਰ ਮਾਰਟਨ, ਦ ਆਥਰ ਆਫ ਦ ਗੇਮ ਆਫ ਥਰੋਨਸ ਵਿਚ ਆਈ ਲਵ, ਵਿਚ ਮੋਸਟ ਆਫ ਅਸ ਲਵ। ਸੌਰੀ, ਮੈਂ ਫਿਰ ਅੰਗਰੇਜ਼ੀ ਬੋਲਣ ਲੱਗ ਪਿਆ। ਅੱਛਾ, ਖੈਰ, ਉਹ ਕਹਿੰਦੇ
जॉर्ज आर मार्टिन कहता है कि a reader lives 1,000 lives before he dies. A man who never read lives only one. कि ਉਹ ਬੰਦਾ ਜਿਹੜਾ ਕਦੇ ਪੜ੍ਹਦਾ ਨਹੀਂ ਉਹ ਇੱਕ ਹੀ ਜ਼ਿੰਦਗੀ ਗੁਜ਼ਾਰਦਾ ਹੈ, ਲੇਕਿਨ ਜਿਹੜਾ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਹੈ ਉਹ ਇੱਕ ਜ਼ਿੰਦਗੀ 'ਚ ਕਈ ਜ਼ਿੰਦਗੀਆਂ ਜੀ ਜਾਂਦਾ ਹੈ। ਔਰ ਯਕੀਨ ਕਰੋ ਹਰ ਕਿਤਾਬ ਪੜ੍ਹਨ ਨੂੰ ਇੱਕ ਅਨੋਖਾ ਤਜਰਬਾ ਹੈ, ਇੱਕ ਅਨੋਖੀ ਜ਼ਿੰਦਗੀ ਤੁਹਾਨੂੰ ਮਿਲਦੀ ਹੈ, ਕਿ ਅਨੋਖੀ ਖੁਸ਼ੀ ਮਿਲਦੀ ਜਿਹੜੀ ਉਹਨਾਂ ਤੋਂ ਬਗੈਰ ਮੁਮਕਿਨ नहीं है। लिहाजा किताबां पढ़ते रहो। यानी कामयाब, और कामयाबी तो मुराद मैं ही नहीं ले रहा कि दौलत शोहरत, कामयाबी तो मुराद एक पुरसकून रिलैक्सड हैप्पी जिंदगी, ठीक है। तो अगर एवें दी तुसी जिंदगी गुजारनी है तो दूसरा एलीमेंट है कि तुसी किताबां दे नाल यारी कर लो, किताबां पढ़ते रहो। नंबर 3 जी आपां गल करांगे लॉन्ग टर्म प्लैनस। ये आइडिया मैनूं मिलिया सी, मैं एक किताब पढ़ी सी जदों मैं PPSC की तैयारी कर रहा सा, 7 हैबिट्स ऑफ हाईली इफेक्टिव पीपल, यानी बहुत इफेक्टिव लोगों ਦੀਆਂ 7 ਆਦਤਾਂ। ਉਹਨਾਂ 'ਚ ਇੱਕ ਆਦਤ ਇਹ ਆ ਕਿ ਜਿਹੜੇ ਹਾਈਲੀ ਇਫੈਕਟਿਵ ਹਾਈਲੀ ਕਾਮਯਾਬ ਲੋਕ ਹੁੰਦੇ ਨੇ ਉਹ ਜ਼ਿੰਦਗੀ 'ਚ ਛੋਟੇ ਤਰਜ਼ ਦੇ ਪਲਾਨ ਨਹੀਂ ਕਰਦੇ, ਲੰਮੇ ਪਲਾਨ ਕਰਦੇ ਨੇ, ਜਿਨ੍ਹਾਂ ਦਾ ਬਜ਼ਾਹਿਰ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਹੁੰਦਾ, ਲੇਕਿਨ ਬਹਰਹਾਲ ਇਨ ਦ ਲੌਂਗ ਰਨ ਉਹਨਾਂ ਦਾ ਫਾਇਦਾ ਹੀ ਫਾਇਦਾ ਹੈ। ਹੁਣ ਆਪਾਂ ਮਜਮੂਈ ਤੌਰ ਤੇ ਕੀ ਕਰਨੇ ਆ ਸਾਰੇ ਕਿ ਆਪਾਂ ਸ਼ਾਰਟ ਟਰਮ ਪਲਾਨ ਕਰਨੇ ਆ, ਯਾਨੀ ਐਸਾ ਪਲਾਨ ਜਿਹਦੇ ਨਾਲ ਆਪਾਂ ਨੂੰ ਜਲਦੀ ਫਾਇਦਾ ਮਿਲਣ ਲੱਗ ਪਏ, ਬੇਸ਼ੱਕ ਉਹ ਆਪਣੀ ਜ਼ਿੰਦਗੀ 'ਚ ਬਹੁਤ ਵੱਡਾ ਸੈਟਬੈਕ ਮਾਰ ਜਾਏ ਔਰ ਆਪਾਂ ਉਹਦੇ ਬਾਰੇ ਖਿਆਲ ਨਹੀਂ ਕਰਦੇ। ਜਿਹੜੇ ਇਫੈਕਟਿਵ ਤੇ ਕਾਮਯਾਬ ਲੋਕ ਹੁੰਦੇ ਨੇ ਉਹ ਹਮੇਸ਼ਾ ਲੌਂਗ ਟਰਮ ਪਲਾਨ ਕਰਦੇ ਨੇ, ਯਾਨੀ ਐਸੇ ਪਲਾਨਸ ਜਿਹੜੇ ਬਜ਼ਾਹਿਰ ਵਕਤੀ ਤੌਰ ਤੇ ਕੋਈ ਫਾਇਦਾ ਨਹੀਂ ਦੇ ਰਿਹਾ, ਲੇਕਿਨ ਬਹਰਹਾਲ ਉਹ 4 ਸਾਲ ਬਾਅਦ 10 ਸਾਲ ਬਾਅਦ 20 ਸਾਲ ਬਾਅਦ ਜਾ ਕੇ ਬਹੁਤ ਵੱਡਾ ਫਾਇਦਾ ਦੇਣ ਵਾਲੇ ਨੇ। और आप सारे ਇਹਦੇ ਤੇ सोचना चाहिए। मैं ਤੁਹਾਨੂੰ एक छोटा ਜਿਹਾ वाक्य सुनाना कि मैं पहले छोटे ग्रेड 'ਚ ਸਾਂ, टीचर ਸਾਂ, PST प्राइमरी स्कूल 'ਚ मैं टीचिंग करदा ਸਾਂ, वैसे गवर्नमेंट ही सी लेकिन मैं सैटिस्फाइड नहीं ਸਾਂ। और ਮੈਨੂੰ ਯਾਦ ਹੈ ਕਿ ਉੱਥੋਂ ਸਕੂਲ 'ਚੋਂ ਆ ਕੇ ਮੈਂ ਇੱਕ ਅਕੈਡਮੀ ਸੀ ਜਿੱਥੋਂ ਮੈਂ 15,000 ਰੁਪਇਆ ਕਮਾ ਰਿਹਾ ਸਾਂ, ਉਹ ਮੈਂ ਜੁਆਇਨ ਕੀਤੀ ਹੋਈ ਸੀ, ਜਿੱਥੇ ਮੈਂ ਅੰਗਰੇਜ਼ੀ ਪੜ੍ਹਾਉਂਦਾ ਸਾਂ MA ਦੀ ਕਲਾਸ ਨੂੰ। ਤੇ ਬਹਰਹਾਲ PPSC ਦੀ ਜੌਬਸ ਆਉਣ ਵਾਲੀਆਂ ਸੀ ਤੇ ਮੈਂ ਉਹ ਅਕੈਡਮੀ ਛੱਡ ਦਿੱਤੀ। ਹਾਲਾਂਕਿ ਬੜਾ ਮੁਸ਼ਕਿਲ ਸੀ, ਬਜ਼ਾਹਿਰ ਠੀਕ ਸੀ, ਮਤਲਬ 15,000 ਆ ਰਿਹਾ, 2 ਘੰਟੇ ਮੈਂ ਜਾਣਾ, ਕੋਈ ਮਸਲਾ ਨਹੀਂ, लेकिन वो शॉर्ट टर्म प्लान सी। अगर मैं करता रहिंदा तो शायद अज मैं इस जगह पर ना होंदा। मैं वो जॉब छड्ड दी और मैं पढ़ना शुरू करता। हर महीने सैलरी मिलनी, उहदे चों 3-4 हज़ार ਦੀਆਂ किताबां लैनियां, पढ़ते रहना। और की होया वो शॉर्ट टर्म प्लान सी। अगर मैं अकैडमी ज्वाइन की रखदा, सुबह स्कूल जाना, वापस आके अकैडमी जाना, थके टुटे आना, सौ जाना, सवेरे इहो रूटीन। लेकिन मैं की कीता कि मैं वो नौकरी छोटी जी छड़ दी और मैं सिर्फ स्कूल उतों वापस आना, पढ़ते रहना। और की होया कि मैं PPSC नूं पास कर लिया और मैं लैक्चरर लग गया। और अलहमदुलिल्लाह हुण मेरी सैलरी उस तो ज़्यादा है जिन्नी मैं डबल शिफ्ट चो कमा रहा सा, ठीक है। कहने का मतलब है कि वो शॉर्ट टर्म प्लान सी। उतों मैनूं 15,000 आ रहा सी, मैनूं लग रहा सी कि ठीक है, लेकिन बहरहाल एज अ कलैक्टिव वो नुकसान दे रहा सी मैनूं, ठीक है। वो लिहाजा लॉन्ग टर्म प्लान ये सी कि मैं 15,000 की कुर्बानी दी, लेकिन बहरहाल वो 6 माह बाद, साल बाद जो मेरी सिलैक्शन हुई एज अ लैक्चरर तो वो मैनूं उनका बड़ा फ़ायदा मिला। हुण मैं उन्ने ही पैसे कमा रहा, बल्कि उससे ज़्यादा कमा रहा और बहुत घट मेहनत करनी पैंदी। तो इस मिसाल तो मैं साबित करना चाहना कि तुसी भी सारे जिहड़े शॉर्ट टर्म प्लान्स ने इन्हां तो किनारा करने की कोशिश करो। हमेशा सोचो कि लॉन्ग टर्म प्लान करो, यानी वो प्लान्स बनाओ जिन्हां दा 2 साल बाद, 4 साल बाद, 6 साल बाद, 10 साल बाद फ़ायदा होएगा, लेकिन बहुत वड्डे पैमाने पर फ़ायदा होएगा, ठीक है। तो शॉर्ट टर्म प्लान्स ਜਿਹੜੇ ਨੇ ਨਾ ਉਹ ਸਿਰਫ ਤੁਹਾਨੂੰ ਲॉस ਹੀ ਦੇ ਸਕਦੇ ਨੇ, पेन ही दे सकते हैं, गेन नहीं दे सकते। बज़ाहिर वो लग रहा होंगे कि जिवें वो गेन दे रहे हैं, लेकिन वो बहरहाल गेन नहीं दे रहा होंगे, वो पेन दे रहा होंगे। तो छोटे शॉर्ट टर्म प्लान्स नूं खत्म करो। तुसी कोई अकैडमी पढ़ा रहे हो, तुसी कोई एक्स्ट्रा पैसे थोड़े जिहा वास्ते अपने आप नूं गिरवी कीता होया है, तुसी थोड़ी जिंदगी च सुकून खत्म होया होया है, ये शॉर्ट टर्म प्लान है। तुसी थोड़े बहुत पैसे, हालांकि वो पैसे लग भी जाने ने, लेकिन तुसी वो थोड़े बहुते पैसे की कुर्बानी दे के कोई ऐसा प्लान करो जिंदा तुहानूं 5 साल बाद, 10 साल बाद फायदा होएगा, लेकिन बहुत वड्डे पैमाने ते। इहदी एक मिसाल होर लो छोटी जी, कि फर्ज कीता तुसी आपकी नौकरी के बाद कोई छोटी जी होर नौकरी करते हो जितों तुसी कोई 20,000, 10,000, 15,000 रुपया कमा लेंदे हो, लेकिन तुसी सोचते हो कि यार अगर इहो टाइम मैं आपदे आप नूं ग्रो करन ते लावां, मैं किताबां पढ़ां, मैं एक्सरसाइज करां, मैं वॉक ते जावां, या मैं अपने बच्चों नूं पढ़ावां ते टाइम दें होई ज़्यादा बेहतर है। और बज़ाहिर ये नुकसान हो रहा है, लेकिन बहरहाल अगर तुसी बच्चों को खुद टाइम दे रहे हो, वो कल नूं अच्छी तरबियत उन्हां दी हुंदी है, वो कल नूं कामयाब हो जाते हैं। असल तुहाडी प्रॉफिट तो यह सी, तुसी अपने आप नूं टाइम दिंदे हो, तुसी अपनी सेहत ते तवज्जो दित्ती है, तुसी कदे बीमार नहीं होवोगे, तुसी अपने पार्टनर दे नाल टाइम गुजारदे हो, तुहाडी अज़वाजी ज़िंदगी कामयाब हो जाएगी। तुसी आपदे आप नूं ग्रो करदे हो, किताबां पढ़दे हो सकता है कि 2-4 साल बाद तुसी इन्ने बेहतर हो जाओ कि तुसी कोई अपना चैनल चला लो, तुसी होर बहुत सारी ऑप्शनस निकल सकदियां ने। लिहाजा तीसरा एलीमेंट
ਐਲੀਮੈਂਟ ਇਹ ਆ ਕਿ ਤੁਸੀਂ ਲੌਂਗ ਟਰਮ ਪਲਾਨ ਬਣਾਓ, ਸ਼ਾਰਟ ਟਰਮ ਪਲਾਨ ਨਹੀਂ ਬਣਾਓ। ਠੀਕ ਹੈ, ਇਹ ਤਿੰਨ ਚੀਜ਼ਾਂ ਮੇਰੀਆਂ ਜ਼ਾਤੀ ਜ਼ਿੰਦਗੀ ਦਾ ਹਿੱਸਾ ਨੇ ਜਿਨ੍ਹਾਂ ਨੂੰ ਮੈਂ ਹਮੇਸ਼ਾ ਇਹਨਾਂ 'ਤੇ ਮੈਂ ਸੋਚਣਾ, ਇਹਨਾਂ 'ਤੇ ਗੌਰ ਕਰਨਾ ਔਰ ਇਹਨਾਂ 'ਤੇ ਅਮਲ ਕਰਨਾ। ਔਰ ਮੈਨੂੰ ਯਕੀਨ ਹੈ ਕਿ ਤੁਸੀਂ ਵੀ ਅਗਰ ਇਹਨਾਂ ਤਿੰਨਾਂ ਚੀਜ਼ਾਂ 'ਤੇ ਅਮਲ ਕਰੋਗੇ ਤਾਂ ਕਾਮਯਾਬ ਖੁਸ਼ਬਾਸ਼ ਜ਼ਿੰਦਗੀ ਗੁਜ਼ਾਰੋਗੇ। ਬਸ ਅੱਜ ਵਾਸਤੇ ਇੰਨਾ ਹੀ, ਫਿਰ ਮਿਲਦੇ ਹਾਂ। ਅੱਲਾ ਹਾਫਿਜ਼।